मीडियम वेव 343.6 मीटर यानी 873 किलो हर्ट्स, FM बैंड 100.8 मैगा हर्ट्स फाजिलका, 100.9 मैगा हर्ट्स कसौली ते DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਇਹ ਆਕਾਸ਼ਵਾਣੀ ਹੈ। ਪੇਸ਼ ਹੈ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ 6ਵੀਂ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਜਲਵਾਯੂ ਬਦਲਾਅ ਵਿਗਿਆਨ ਦੇ ਇਸ ਲੜੀਵਾਰ ਬਦਲਦਾ ਜਲਵਾਯੂ ਦੀ 6ਵੀਂ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਸੀ ਕਹਾਣੀ ਸਾਡੇ ਇਸ ਧਰਤ ਗ੍ਰਹਿ ਤੇ ਵੱਧਦੇ ਤਾਪਮਾਨ ਕਾਰਨ ਹੋ ਰਹੀ ਗਲੋਬਲ ਵਾਰਮਿੰਗ ਦੀ। ਸੁਣਿਆ ਸੀ ਤੁਸੀਂ ਕਿ ਕਿਵੇਂ ਪਥਰਾਟੀ ਬਾਲਣਾ ਕਾਰਨ ਵੱਧ ਰਿਹਾ ਹੈ ਹਰਿਤਕਾਰ ਗੈਸਾਂ ਯਾਨੀ ਗ੍ਰੀਨ ਹਾਊਸ ਗੈਸਸ ਦਾ ਉਤਸਰਜਨ। ਸੁਣਿਆ ਸੀ ਇਤਿਹਾਸ ਕਾਰਬਨ ਡਾਈਆਕਸਾਈਡ ਦਾ ਕਿ ਕਿਵੇਂ ਹਜ਼ਾਰਾਂ ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਥਿਓਫਰੇਸਟਸ ਨੇ ਸਿੱਟਾ ਕੱਢ ਲਿਆ ਸੀ ਰੁੱਖਾਂ ਦੇ ਕੱਟਣ ਨਾਲ ਗਰਮੀ ਵੱਧਦੀ ਹੈ। ਸੁਣਾਈ ਸੀ ਕਹਾਣੀ ਕਿ ਕੀ ਹੈ ਇਤਿਹਾਸ ਧਰਤੀ ਦੇ ਵੱਧਦੇ ਤਾਪਮਾਨ ਦਾ ਤੇ ਇਸ ਨੂੰ ਵਧਾਉਣ ਵਾਲੀਆਂ ਹਰਿਤਕਾਰ ਗੈਸਾਂ ਯਾਨੀ ਗ੍ਰੀਨ ਹਾਊਸ ਗੈਸਸ ਦਾ। ਕਹਾਣੀ 'ਚ ਦੱਸਿਆ ਸੀ ਵਿਸਤਾਰ ਸੰਸਾਰ ਪੱਧਰ ਤੇ ਹੋ ਰਹੇ ਯਤਨਾਂ ਦਾ ਕਿ ਕਿਵੇਂ 1972 ਦੇ ਸਟਾਕਹੋਮ ਸੰਮੇਲਨ ਉਪਰੰਤ ਰੀਓ ਡੀ ਜਨੇਰੋ ਵਿਖੇ ਹੋਇਆ 1992 ਚ ਪਹਿਲਾ ਧਰਤ ਸੰਮੇਲਨ। ਸੁਣਿਆ ਸੀ ਕਿ ਉਦਯੋਗਿਕ ਕ੍ਰਾਂਤੀ ਦੇ ਮੁੱਢ 1780 ਦੌਰਾਨ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ 280 ਭਾਗ ਪ੍ਰਤੀ 10 ਲੱਖ ਭਾਗਾਂ 'ਚ ਸੀ ਯਾਨੀ 280 ppm, ਜੋ ਕਿ 2013 ਚ 400 ਤੇ ਅਪ੍ਰੈਲ 2018 ਚ 410 ਹੋ ਗਈ। ਹਾਂਜੀ, ਸੁਣ ਲਿਆ ਸੀ ਇਹ ਵੀ ਕਿ ਕੀਲਿੰਗ ਨਾਮੀ ਵਿਗਿਆਨੀ ਨੇ ਸ਼ੁਰੂ ਕੀਤਾ ਸੀ ਕਾਰਬਨ ਡਾਈਆਕਸਾਈਡ ਦੇ ਮਾਪ ਦਾ ਕੰਮ ਹਵਾਈ ਦੀਪ ਦੇ ਮੋਨਾ ਲੋਆ ਨਾਮੀ ਪਹਾੜ ਤੇ। ਸੁਣਾਈ ਸੀ ਕਹਾਣੀ ਕਿ ਕਿਵੇਂ ਅੰਤਰਰਾਸ਼ਟਰੀ ਪੱਧਰ ਦੇ ਯਤਨਾਂ ਨਾਲ ਗਠਨ ਹੋਇਆ ਜਲਵਾਯੂ ਬਦਲਾਅ ਬਾਬਤ ਸਰਕਾਰਾਂ ਦੀ ਇੱਕ ਅੰਤਰ ਸੰਸਥਾ ਦਾ, ਜਿਸ ਦੀਆਂ ਕਰੀਬ 5-5 ਸਾਲਾਂ ਦੇ ਵਕਫੇ ਤੇ ਜਾਰੀ ਰਿਪੋਰਟਾਂ ਦੇ ਤੱਥਾਂ ਕਾਰਨ ਗੰਭੀਰ ਹੋਏ ਸਿਆਸਤਦਾਨ, ਅਰਥਸ਼ਾਸਤਰੀ, ਵਿਗਿਆਨੀ ਤੇ ਸਮਾਜ ਸੇਵੀ ਇਸ ਮੁੱਦੇ ਤੇ ਦੱਸ ਦਿੱਤਾ ਸੀ ਇਹ ਵੀ ਕਿ 1997 ਚ ਜਾਪਾਨ ਦੇ ਸ਼ਹਿਰ ਕੋਇਟੋ ਵਿਖੇ ਬਣਿਆ ਐਲਾਨਨਾਮਾ ਲਾਗੂ ਹੋਇਆ 2005 ਚ। ਸੁਣਾ ਦਿੱਤੀ ਸੀ ਕਹਾਣੀ ਉਸ ਹਕੀਕਤ ਦੀ ਵੀ ਕਿ ਕਿਵੇਂ ਕੋਇਟੋ ਪ੍ਰੋਟੋਕਾਲ ਉੱਪਰ ਉੱਭਰ ਰਹੇ ਨੇ ਮਤਭੇਦ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਦਰਮਿਆਨ, ਵਿਸ਼ੇਸ਼ ਕਰਕੇ ਅਮਰੀਕਾ ਵੱਲੋਂ ਡਾਏ ਜਾਂਦੇ ਅੜਿੱਕਿਆਂ ਦੇ ਕਾਰਨ। ਹੋਈ ਸੀ ਗੱਲ ਕਿ ਧਰਤੀ ਦੀ ਗਰਮੀ ਨੂੰ ਰੋਕਣ ਵਾਸਤੇ ਲੋੜ ਹੈ ਤਹੱਮਲ ਨਾਲ ਗੱਲ ਕਰਨ ਦੀ। ਅੱਜ ਦੀ ਇਸ ਕੜੀ 'ਚ ਸੁਣਾਂਗੇ ਅਸੀਂ ਕਹਾਣੀ ਹਰਿਤਕਾਰ ਗੈਸਾਂ ਯਾਨੀ ਗ੍ਰੀਨ ਹਾਊਸ ਗੈਸਸ ਦੇ ਪ੍ਰਭਾਵਾਂ ਦੀ ਜੋ ਪੈਣਗੇ ਇਸ ਧਰਤੀ ਉੱਪਰ। ਲਓ ਸੁਣੋ ਇਸ ਨਵੇਂ ਲੜੀਵਾਰ ਬਦਲਦਾ ਜਲਵਾਯੂ ਦੀ 6ਵੀਂ ਕੜੀ। ਸਾਵਧਾਨ, ਕਿਤੇ ਧਰਤੀ ਵੀ ਬਣ ਨਾ ਜਾਵੇ ਦੂਸਰਾ ਸ਼ੁੱਕਰ ਗ੍ਰਹਿ। ਤੇ ਹਾਂ, ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਇਸ ਕੜੀ ਨੂੰ, ਕਿਉਂਕਿ ਇਸ ਕੜੀ ਦੇ ਅੰਤ 'ਚ ਅਸੀਂ ਤੁਹਾਨੂੰ ਪੁੱਛਾਂਗੇ ਕੁਝ ਸਵਾਲ ਜਿਨ੍ਹਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਇਨਾਮ। ਜੇਤੂਆਂ ਦੇ ਨਾਂ ਅਸੀਂ ਆਉਣ ਵਾਲੀਆਂ ਕੜੀਆਂ 'ਚ ਪ੍ਰਸਾਰਿਤ ਕਰਾਂਗੇ। ਸੋ ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਕੜੀ। ਸਾਵਧਾਨ, ਕਿਤੇ ਧਰਤੀ ਵੀ ਨਾ ਬਣ ਜਾਏ ਦੂਸਰਾ ਸ਼ੁੱਕਰ ਗ੍ਰਹਿ। ਪਾਪਾ ਜੀ ਛੇਤੀ ਚੱਲੋ, ਬਰੂਨੋ ਇਕੱਲਾ ਹੈ ਕਾਰ 'ਚ। ਹਾਏ ਮੇਰਾ ਪਿਆਰਾ ਡੌਗੀ ਬਰੂਨੋ, ਉਦਾਸ ਹੋ ਗਿਆ ਉਹਨੇ ਇਕੱਲਾ। ਉਹ ਕੁੜੀ ਕਿੰਨੀ ਸੋਹਣੀ ਲੱਗ ਰਹੀ ਸੀ ਨਾ, ਤੇ ਡਾਂਸ ਤਾਂ ਚੰਗੇ ਪ੍ਰੋਫੈਸ਼ਨਲ ਕਲਾਕਾਰ ਵਾਂਗ ਕਰ ਰਹੀ ਸੀ। ਮੰਮਾ ਪ੍ਰੋਫੈਸ਼ਨਲ ਲੱਗ ਨਹੀਂ ਸੀ ਰਹੀ, ਉਹ ਸੀਗੀ ਉਹ ਪ੍ਰੋਫੈਸ਼ਨਲ। ਅੱਛਾ। ਓਹੋ ਮੰਮਾ ਗੱਲਾਂ ਛੱਡੋ, ਛੇਤੀ ਚਲੋ, ਬਰੂਨੋ ਨੂੰ ਨਾ ਭੁੱਖ ਲੱਗੀ ਹੋਣੀ। ਦਿਨੇਸ਼ ਠੀਕ ਕਹਿ ਰਿਹਾ ਹੈ। ਵੇਖੋ ਦੀਦੀ, ਬਰੂਨੋ ਇੱਥੇ ਹੈ ਸੀਟ ਥੱਲੇ। ਬਰੂਨੋ 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 ਉੱਠ ਨਾ, ਦੇਖ ਅਸੀਂ ਆ ਗਏ। ਬਰੂਨੋ ਇਹ ਕੀ, ਇਹ ਹਿਲਦਾ ਕਿਉਂ ਨਹੀਂ ਪਿਆ? ਬਰੂਨੋ ਉੱਠ ਨਾ। ਪਾਪਾ ਲੱਗਦਾ ਸਾਡਾ ਬਰੂਨੋ ਨਹੀਂ ਰਿਹਾ। ਕੀ? ਓਹੋ ਸੁਰਜੀਤ, ਆਖਿਰ ਹੋਇਆ ਕੀ ਹੈ? ਬਰੂਨੋ ਸੌਂ ਰਿਹਾ ਹੋਵੇਗਾ। ਨਹੀਂ ਪਾਪਾ, ਵੇਖੋ ਕਿਵੇਂ ਪਿਆ ਹੈ। ਓ ਨੋ, ਪਰ ਇਹ ਹੋਇਆ ਕਿਵੇਂ? ਮੈਨੂੰ ਨਹੀਂ ਪਤਾ, ਮੈਨੂੰ ਮੇਰਾ ਬਰੂਨੋ ਵਾਪਸ ਚਾਹੀਦਾ ਹੈ ਬਸ। ਹਾਂ ਬੇਟਾ,
ਚੁੱਪ ਕਰ ਬੇਟਾ। ਪਹਿਲਾਂ ਅਸੀਂ ਘਰ ਜਾ ਕੇ ਡਾਕਟਰ ਨਾਲ ਗੱਲ ਕਰਦੇ ਹਾਂ। ਕੋਈ ਗਲਤ ਚੀਜ਼ ਤਾਂ ਨਹੀਂ ਖਵਾਈ ਅਸੀਂ ਇਹਨੂੰ? ਉਹ ਤਾਂ ਠੀਕ ਹੈ, ਪਰ ਫਿਰ ਵੀ ਇਹ ਕਿਵੇਂ ਹੋ ਗਿਆ? ਪਤਾ ਨਹੀਂ, ਡਾਕਟਰ ਤੋਂ ਹੀ ਪਤਾ ਲੱਗੇਗਾ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਦਵਿੰਦਰ। ਸਵੇਰੇ ਸਵੇਰੇ ਤੂੰ ਤਾਂ ਹੈਰਾਨੀ 'ਚ ਪਾ ਦਿੱਤਾ। ਹਾਂ, ਅੱਜ ਐਤਵਾਰ ਹੈ ਨਾ, ਇਸ ਲਈ ਸੋਚਿਆ ਸਾਰੇ ਘਰ ਹੀ ਹੋਣਗੇ ਤਾਂ ਚੱਲ ਕੇ ਮਿਲਿਆ ਜਾਏ। ਹਾਂ, ਬਿਲਕੁਲ ਸਹੀ ਕੀਤਾ। ਆ ਬੈਠ। ਯਾਰ ਸੂਰਜ, ਕੀ ਗੱਲ ਹੈ? ਅੱਜ ਕੋਈ ਸ਼ੋਰ ਸ਼ਰਾਬਾ, ਕੋਈ ਹੰਗਾਮਾ ਨਹੀਂ? ਬੱਚੇ ਕਿੱਥੇ ਨੇ? ਦਿਨੇਸ਼, ਸੁਰਜੀਤ ਅਜੇ ਤੱਕ ਸੌ ਰਹੇ ਨੇ? ਨਹੀਂ, ਅੰਦਰ ਹੀ ਨੇ, ਆਪਣੇ ਆਪਣੇ ਕਮਰੇ ਵਿੱਚ ਨੇ। ਹਾਂ, ਅੱਛਾ, ਪੜ੍ਹਾਈ ਹੋ ਰਹੀ ਹੈ ਫਿਰ। ਗੁੱਡ, ਵੈਰੀ ਗੁੱਡ। ਨਹੀਂ ਦਵਿੰਦਰ, ਦਰਅਸਲ ਅੱਜ ਮੂਡ ਠੀਕ ਨਹੀਂ ਉਹਨਾਂ ਦਾ। ਮੂਡ ਠੀਕ ਨਹੀਂ? ਕਿਉਂ, ਕੀ ਹੋਇਆ? ਸਭ ਠੀਕ ਤਾਂ ਹੈ ਨਾ? ਕੀ ਦੱਸਾਂ ਯਾਰ, ਕੱਲ ਆਪਣਾ ਬਰੂਨੋ ਚੱਲ ਵਸਿਆ। ਪਰ ਇਹ ਹੋਇਆ ਕਿਵੇਂ? ਕੋਈ ਗਲਤ ਚੀਜ਼ ਤਾਂ ਖਾਣੇ 'ਚ ਨਹੀਂ ਆ ਗਈ? ਨਹੀਂ ਦਵਿੰਦਰ, ਇਦਾਂ ਦਾ ਕੁਝ ਨਹੀਂ ਹੋਇਆ। ਫਿਰ? ਤੂੰ ਬੈਠ, ਮੈਂ ਅੰਦਰ ਜਾ ਕੇ ਸੁਰਜੀਤ ਤੇ ਦਿਨੇਸ਼ ਨੂੰ ਲੈ ਕੇ ਆਉਣਾ। ਆਓ ਦਿਨੇਸ਼। ਸੁਰਜੀਤ ਬੇਟਾ, ਆਓ, ਬੈਠੋ। ਮੈਨੂੰ ਹੁਣੇ ਪਾਪਾ ਨੇ ਦੱਸਿਆ ਤੁਹਾਡੇ ਬਰੂਨੋ ਬਾਰੇ, ਸੁਣ ਕੇ ਬਹੁਤ ਦੁੱਖ ਹੋਇਆ। ਆਖਿਰ ਇਹ ਹੋਇਆ ਕਿਵੇਂ? ਯਾਰ ਦਰਅਸਲ ਕੱਲ ਦੁਪਹਿਰ ਨੂੰ ਸ਼ਾਪਿੰਗ ਕਰਨ ਤੋਂ ਬਾਅਦ ਅਸੀਂ ਸਾਰੇ ਡਾਂਸ ਸ਼ੋਅ ਦੇਖਣ ਚਲੇ ਗਏ ਸੀ। ਬਰੂਨੋ ਵੀ ਸਾਡੇ ਨਾਲ ਹੀ ਸੀ, ਪਰ ਅਸੀਂ ਉਹਨੂੰ ਕਾਰ ਵਿੱਚ ਹੀ ਛੱਡ ਦਿੱਤਾ। ਓ, ਤੇ ਜਦੋਂ ਤੁਸੀਂ ਵਾਪਸ ਆਏ ਤਾਂ ਬਰੂਨੋ ਨੂੰ ਮਰੇ ਹੋਏ ਦੇਖਿਆ? ਮੈਂ ਪਾਪਾ ਨੂੰ ਕਿਹਾ ਵੀ ਸੀ ਬਰੂਨੋ ਨੂੰ ਕਾਰ 'ਚ ਨਾ ਛੱਡੋ, ਪਰ ਪਾਪਾ ਨੇ ਮੇਰੀ ਇੱਕ ਨਾ ਸੁਣੀ। ਬੇਟੇ, ਉਹਨੂੰ ਥੀਏਟਰ 'ਚ ਲੈ ਕੇ ਜਾਣਾ ਅਲਾਉਡ ਨਹੀਂ ਸੀ। ਸਮਝ ਗਿਆ। ਤੁਸੀਂ ਆਪਣੀ ਕਾਰ ਧੁੱਪ 'ਚ ਪਾਰਕ ਕੀਤੀ ਹੋਏਗੀ, ਛਾਂ 'ਚ ਨਹੀਂ, ਠੀਕ? ਹਾਂ, ਕਿਉਂਕਿ ਉੱਥੇ ਪਾਰਕਿੰਗ ਲਈ ਥਾਂ ਨਹੀਂ ਸੀ। ਮੈਂ ਸੜਕ ਦੇ ਇੱਕ ਪਾਸੇ ਗੱਡੀ ਖੜੀ ਕਰ ਦਿੱਤੀ, ਪਰ ਹਾਂ, ਉੱਥੇ ਛਾਂ ਨਹੀਂ ਸੀ ਤੇ ਧੁੱਪ ਬਹੁਤ ਜ਼ਿਆਦਾ ਸੀ। ਤਾਂ ਕਾਰ 'ਚ ਕੈਦ ਹੁੰਦੀ ਰਹੀ ਖਤਰਨਾਕ ਗਰਮੀ ਨੇ ਬਰੂਨੋ ਦੀ ਜਾਨ ਲੈ ਲਈ। ਇਹ ਸੀ ਅਸਲ ਕਾਰਨ। ਉਹ ਕਿਵੇਂ ਭਾਈ ਸਾਹਿਬ? ਡਾਕਟਰ ਸਾਹਿਬ ਨੇ ਵੀ ਇਹੀ ਕਿਹਾ ਸੀ। ਉਹਨਾਂ ਦਾ ਖਿਆਲ ਸੀ ਬਰੂਨੋ ਦੀ ਮੌਤ ਡੀਹਾਈਡਰੇਸ਼ਨ ਦੇ ਕਾਰਨ ਹੋਈ। ਫੂਡ ਪੋਇਜ਼ਨਿੰਗ ਜਾਂ ਕਿਸੇ ਬਿਮਾਰੀ ਦੇ ਨਾਲ ਨਹੀਂ। ਹਾਂਜੀ, ਬਿਲਕੁਲ ਸਹੀ। ਪਰ ਅਸੀਂ ਤਾਂ ਇੱਕ ਅੱਧਾ ਘੰਟਾ ਹੀ ਰੁਕੇ ਹੋਵਾਂਗੇ ਸ਼ੋਅ 'ਚ। ਉਹ ਭਾਬੀ ਜੀ, 1 ਘੰਟੇ 'ਚ ਬਹੁਤ ਗਰਮੀ ਇਕੱਠੀ ਹੋ ਜਾਂਦੀ ਹੈ। ਤਪਦੀ ਧੁੱਪ 'ਚ ਖੜੀ ਕਾਰ 'ਚ, ਜਦ ਉਹਦੇ ਦਰਵਾਜ਼ੇ ਵੀ ਲੌਕ ਹੋਣ। ਪਰ ਭਾਈ ਸਾਹਿਬ, ਲੌਕ ਕੀਤੀ ਕਾਰ 'ਚ ਗਰਮੀ ਇਕੱਠੀ ਹੋ ਕਿਵੇਂ ਜਾਂਦੀ ਹੈ? ਮੈਨੂੰ ਤਾਂ ਸਮਝ ਹੀ ਨਹੀਂ ਆਇਆ। ਬਿਲਕੁਲ, ਇਹੀ ਗੱਲ ਮੈਂ ਵੀ ਪੁੱਛਣ ਵਾਲਾ ਸੀ। ਅਸੀਂ ਵੀ। ਦੇਖੋ ਬੱਚਿਓ, ਵਿਗਿਆਨੀਆਂ ਨੇ ਲਗਭਗ ਇਸੇ ਤਰ੍ਹਾਂ ਦੀ ਸਮੱਸਿਆ ਦਾ ਵਿਸ਼ੇਸ਼ ਰੂਪ 'ਚ ਅਧਿਐਨ ਕੀਤਾ ਹੈ। ਅਮਰੀਕਾ 'ਚ ਤਾਂ ਕਈ ਬੱਚਿਆਂ ਦੀਆਂ ਵੀ ਮੌਤਾਂ ਹੋ ਚੁੱਕੀਆਂ ਨੇ ਇਸ ਤਰ੍ਹਾਂ। ਸਾਲ 2018 'ਚ ਅਮਰੀਕਾ 'ਚ 6 ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ ਨੂੰ ਉਹਨਾਂ ਦੇ ਪੇਰੈਂਟਸ ਲੌਕ ਕਾਰ 'ਚ ਛੱਡ ਕੇ ਚਲੇ ਗਏ ਸੀ। ਹੇ ਰੱਬਾ। ਵੈਸੇ ਤਾਂ 2012 'ਚ ਇਹੋ ਜਿਹਾ ਵਾਕਿਆ ਸਾਡੇ ਇੱਥੇ ਚੇਨਈ 'ਚ ਵੀ ਹੋ ਚੁੱਕਿਆ। ਅੱਛਾ। US 'ਚ ਇੱਕ ਸਰਵੇ ਦੇ ਅਨੁਸਾਰ ਔਸਤਨ 37 ਬੱਚੇ ਹਰ ਸਾਲ ਇਸੇ ਤਰ੍ਹਾਂ ਦੇ ਹਾਦਸਿਆਂ 'ਚ ਮਰ ਜਾਂਦੇ ਨੇ, ਹਾਈਪਰਥਰਮੀਆ ਦੇ ਕਾਰਨ। ਮਤਲਬ ਇਹੋ ਜਿਹੀ ਪਰਿਸਥਿਤੀ ਜਿਸ 'ਚ ਸਰੀਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਜਾਂ ਪੈਦਾ ਕੀਤੀ ਜਾਣ ਵਾਲੀ ਗਰਮੀ ਉਹਦੇ ਦੁਆਰਾ ਛੱਡੀ ਜਾਣ ਵਾਲੀ ਗਰਮੀ ਤੋਂ ਜ਼ਿਆਦਾ ਹੋਵੇ। ਪਰ ਕੀ ਇੰਨੀ ਗਰਮੀ ਕੈਦ ਹੋ ਜਾਂਦੀ ਕਿਸੇ ਕਾਰ 'ਚ ਕਿ ਕਿਸੇ ਦੀ ਜਾਨ ਵੀ ਲੈ ਲਵੇ? ਸੂਰਜ ਸਾਹਿਬ, 70 ਡਿਗਰੀ ਸੈਲਸੀਅਸ ਤਾਪਮਾਨ ਉੱਪਰ ਤਾਂ ਆਂਡਾ ਵੀ ਬਹੁਤ ਆਰਾਮ ਨਾਲ ਤਲਿਆ ਜਾ ਸਕਦਾ ਹੈ। ਇਹ ਉਹ ਤਾਪਮਾਨ ਹੈ ਜਿਹੜਾ ਨਾ ਸਿਰਫ ਕਿਸੇ ਫਰਾਈ ਪੈਨ ਦੀ ਸਤ੍ਹਾ ਤੇ, ਬਲਕਿ ਉਸ ਲੌਕ ਕਾਰ ਦੇ ਡੈਸ਼ਬੋਰਡ ਤੇ ਵੀ ਮਿਲ ਸਕਦਾ ਹੈ, ਜਿਹਨੂੰ ਕੜਕਦੀ ਧੁੱਪ ਦੇ ਵਿੱਚ 1 ਘੰਟਾ ਖੜਾ ਰੱਖਿਆ ਗਿਆ ਹੋਵੇ। ਓ ਨੋ। ਹਾਂ ਪਾਪਾ, ਅੰਕਲ ਸਹੀ ਕਹਿੰਦੇ ਨੇ। ਜਦੋਂ ਅਸੀਂ ਕਾਰ ਦੇ ਦਰਵਾਜ਼ੇ ਖੋਲੇ ਤਾਂ ਅੰਦਰ ਬਹੁਤ ਗਰਮੀ ਸੀ। ਛੋਟੇ ਬੱਚੇ ਤੇ ਪਾਲਤੂ ਜਾਨਵਰ ਇੱਕਦਮ ਹਾਈਪਰਥਰਮੀਆ ਤੇ ਲੂ ਦੇ ਸ਼ਿਕਾਰ ਹੋ ਜਾਂਦੇ ਨੇ। ਗਰਮੀ ਦੇ ਦਿਨਾਂ 'ਚ ਜੇ ਛਾਂ 'ਚ ਵੀ 2 ਘੰਟੇ ਕਾਰ ਖੜੀ ਰਹੇ ਤਾਂ ਉਸ 'ਚ ਵੀ ਤਾਪਮਾਨ ਬਹੁਤ ਵੱਧ ਜਾਂਦਾ ਹੈ।
ਇਸ ਤਰ੍ਹਾਂ 40 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਹਾਈਪਰਥਰਮੀਆ ਦੇ ਕਾਰਨ ਉਹਨਾਂ ਦੇ ਅੰਦਰ ਜ਼ਖਮ ਹੋ ਸਕਦੇ ਨੇ। ਅੱਛਾ, ਪਰ ਅੰਕਲ ਕਾਰ ਦੇ ਅੰਦਰ ਇੰਨਾ ਤਾਪਮਾਨ ਵੱਧ ਕਿਵੇਂ ਜਾਂਦਾ ਹੈ? ਕਿਉਂ ਹੁੰਦਾ ਹੈ ਐਵੇਂ? ਬਹੁਤ ਚੰਗਾ ਸਵਾਲ ਕੀਤਾ ਬੇਟਾ ਦਿਨੇਸ਼। ਇਹ ਗ੍ਰੀਨ ਹਾਊਸ ਪ੍ਰਭਾਵ ਦੇ ਕਾਰਨ ਹੁੰਦਾ ਹੈ। ਸੁਣਿਆ ਹੈ ਕਦੇ ਇਸ ਬਾਰੇ? ਹਾਂ ਅੰਕਲ, ਕਿਤਾਬ 'ਚ ਇਸ ਬਾਰੇ ਲਿਖਿਆ ਹੋਇਆ ਹੈ। ਠੀਕ। ਪਰ ਮੈਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ। ਪਲੀਜ਼ ਮੈਨੂੰ ਦੱਸੋ ਅੰਕਲ। ਹਾਂ ਦਿਨੇਸ਼ ਬੇਟਾ, ਬਿਲਕੁਲ ਦੱਸਾਂਗਾ। ਤੁਸੀਂ ਸਾਰੇ ਆਪਣੀਆਂ ਗੱਲਾਂ ਕਰੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ। ਜੀ ਭਾਬੀ ਜੀ। ਹਾਂ ਤੇ ਬੇਟਾ, ਤੇਰਾ ਸਵਾਲ ਹੈ ਕਿ ਆਖਿਰ ਇਹ ਗ੍ਰੀਨ ਹਾਊਸ ਪ੍ਰਭਾਵ ਹੁੰਦੀ ਕੀ ਸ਼ੈ ਹੈ? ਗ੍ਰੀਨ ਹਾਊਸ ਪ੍ਰਭਾਵ ਬੇਟਾ ਉਸ ਪ੍ਰਕਿਰਿਆ ਨੂੰ ਕਹਿੰਦੇ ਨੇ ਜਿਸ 'ਚ ਵਿਕਿਰਨ ਯਾਨੀ ਰੇਡੀਏਸ਼ਨ ਦੇ ਦੁਆਰਾ ਤਾਪਮਾਨ 'ਚ ਵਾਧਾ ਹੁੰਦਾ ਹੈ। ਅੱਛਾ। ਆਮ ਤੌਰ ਤੇ ਇਸ ਸ਼ਬਦ ਦੀ ਵਰਤੋਂ ਉਸ ਪਰਿਸਥਿਤੀ 'ਚ ਕੀਤੀ ਜਾਂਦੀ ਹੈ ਜਦੋਂ ਕਿਸੇ ਗ੍ਰਹਿ ਉੱਪਰ ਵਾਯੂਮੰਡਲ 'ਚ ਹੋਣ ਵਾਲੇ ਤਾਪ ਦਾ ਵਿਕਿਰਨ ਯਾਨੀ ਰੇਡੀਏਸ਼ਨ ਉਸ ਗ੍ਰਹਿ ਦੀ ਸਤ੍ਹਾ ਨੂੰ ਗਰਮ ਕਰਨ ਲੱਗਦਾ ਹੈ। ਅੰਕਲ, ਤੁਸੀਂ ਜੋ ਵੀ ਕਿਹਾ ਉਹ ਮੇਰੀ ਸਮਝ 'ਚ ਤਾਂ ਬਿਲਕੁਲ ਨਹੀਂ ਆਇਆ। ਅੰਕਲ, ਤੇ ਇਸ ਦਾ ਬਰੂਨੋ ਦੀ ਮੌਤ ਨਾਲ ਕੀ ਸੰਬੰਧ ਹੈ? ਚੰਗਾ, ਮੈਂ ਇਸ ਨੂੰ ਸਧਾਰਨ ਸ਼ਬਦਾਂ 'ਚ ਸਮਝਾਉਣਾ। ਤੁਹਾਡੇ ਪਾਪਾ ਨੇ ਕਾਰ ਖੜੀ ਕੀਤੀ ਧੁੱਪ 'ਚ, ਠੀਕ? ਹਾਂਜੀ। ਤੇ ਸੂਰਜੀ ਵਿਕਿਰਨ ਯਾਨੀ ਰੇਡੀਏਸ਼ਨ ਦੇ ਨਾਲ ਗਰਮੀ ਪਹੁੰਚ ਗਈ ਕਾਰ ਦੇ ਅੰਦਰ। ਠੀਕ ਹੈ। ਤੇ ਹੁਣ ਉਸ ਗਰਮੀ ਨੂੰ ਸੋਖਣ ਲੱਗੀਆਂ ਕਾਰ ਦੇ ਅੰਦਰਲੀਆਂ ਵਸਤਾਂ, ਕਾਰ 'ਚ ਲੱਗੀ ਹੋਈ ਸਮੱਗਰੀ ਜਾਂ ਉੱਥੇ ਰੱਖੀਆਂ ਹੋਈਆਂ ਹੋਰ ਚੀਜ਼ਾਂ। ਇਹਦੇ ਨਾਲ ਕਾਰ ਦੇ ਅੰਦਰ ਦਾ ਤਾਪਮਾਨ ਵਧਣ ਲੱਗ ਗਿਆ। ਅੱਛਾ। ਨਾਲ ਬਾਹਰੋਂ ਗਰਮੀ ਦਾ ਆਉਣਾ ਵੀ ਜਾਰੀ ਰਿਹਾ ਤੇ ਇਸ ਤਰ੍ਹਾਂ ਕਾਰ ਦੇ ਅੰਦਰ ਬੰਦ ਹੋ ਕੇ ਰਹਿ ਜਾਣ ਵਾਲੀ ਗਰਮੀ ਦੇ ਕਾਰਨ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ। ਪਰ ਅੰਕਲ, ਇਹ ਗੱਲ ਸਮਝ ਨਹੀਂ ਆਈ। ਕਿਉਂ? ਸਮਝ ਕੀ ਨਹੀਂ ਆਇਆ? ਜਿਸ ਤਰ੍ਹਾਂ ਗਰਮੀ ਕਾਰ ਦੇ ਅੰਦਰ ਪਹੁੰਚ ਸਕਦੀ ਹੈ, ਉਸੇ ਤਰ੍ਹਾਂ ਉਹ ਬਾਹਰ ਵੀ ਤਾਂ ਨਿਕਲਦੀ ਹੋਵੇਗੀ। ਉਸ ਦੇ ਉੱਥੇ ਹੀ ਬੰਦ ਹੋ ਕੇ ਰਹਿ ਜਾਣ ਦਾ ਆਖਿਰ ਕਾਰਨ ਕੀ ਹੋ ਸਕਦਾ ਹੈ? ਓ ਵਾਹ, ਕਿੰਨਾ ਵਧੀਆ ਸਵਾਲ ਕੀਤਾ ਸੁਰਜੀਤ ਨੇ। ਬੇਟਾ, ਦਰਅਸਲ ਕਾਰ ਦੇ ਅੰਦਰ ਜਾਣ ਵਾਲੀ ਗਰਮੀ ਬਾਹਰ ਨਹੀਂ ਨਿਕਲ ਸਕਦੀ। ਵੇਖੋ, ਇੱਕ ਪਾਸੇ ਸੂਰਜੀ ਵਿਕਿਰਨ ਯਾਨੀ ਰੇਡੀਏਸ਼ਨ ਤੋਂ ਆਉਣ ਵਾਲੀ ਗਰਮੀ ਕਾਰ ਦੇ ਅੰਦਰ ਜਾ ਰਹੀ ਹੈ ਤੇ ਦੂਜੇ ਪਾਸੇ ਕਾਰ ਦੇ ਅੰਦਰ ਮੌਜੂਦ ਸਮੱਗਰੀ ਦੁਆਰਾ ਛੱਡੀ ਗਰਮੀ ਬਾਹਰ ਨਹੀਂ ਨਿਕਲ ਸਕਦੀ। ਨਤੀਜੇ ਵਜੋਂ ਦੋਨਾਂ ਪਾਸਿਆਂ ਦੀ ਗਰਮੀ ਕਾਰ ਦੇ ਅੰਦਰ ਹੀ ਕੈਦ ਹੋ ਕੇ ਰਹਿ ਜਾਂਦੀ ਹੈ ਤੇ ਕਾਰ ਦਾ ਅੰਦਰੂਨੀ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਅੱਛਾ, ਪਰ ਇਹ ਹੁੰਦਾ ਕਿਉਂ ਹੈ ਅੰਕਲ? ਇਹ ਹੁੰਦਾ ਹੈ ਰੇਡੀਏਸ਼ਨ ਦੇ ਗੁਣਾਂ ਦੇ ਕਾਰਨ। ਕਾਰ ਦੇ ਅੰਦਰਲੀ ਸਮੱਗਰੀ ਵੱਲੋਂ ਛੱਡੀ ਗਈ ਗਰਮੀ ਰੇਡੀਏਸ਼ਨ ਦੀ ਵੇਵਲੈਂਥ ਤੇ ਬਾਹਰ ਤੋਂ ਹੋ ਰਹੇ ਸੌਰ ਵਿਕਿਰਨ ਯਾਨੀ ਸੌਰ ਰੇਡੀਏਸ਼ਨ ਦੀ ਵੇਵਲੈਂਥ 'ਚ ਭਿੰਨਤਾ ਹੋਣ ਦੇ ਕਾਰਨ ਕਾਰ 'ਚੋਂ ਤੇ ਉਹਦੀ ਸਮੱਗਰੀ 'ਚੋਂ ਛੱਡੀ ਗਰਮੀ ਵਾਲਾ ਤਾਪ ਜਕੜਿਆ ਜਾਂਦਾ ਹੈ ਕਾਰ ਵਿਚਲੀ ਕਾਰਬਨ ਡਾਈਆਕਸਾਈਡ ਤੇ ਜਲ ਵਾਸ਼ਪਾਂ 'ਚ। ਇਸ ਕਰਕੇ ਇਹ ਕਾਰ ਤੋਂ ਬਾਹਰ ਨਹੀਂ ਨਿਕਲ ਸਕਦਾ, ਉੱਥੇ ਹੀ ਕੈਦ ਹੋ ਕੇ ਰਹਿ ਜਾਂਦਾ। ਅੱਛਾ, ਤਾਂ ਇਸੇ ਲਈ ਕਾਫੀ ਦੇਰ ਤੱਕ ਲੋਕ ਰਹੀ ਕਾਰ ਦੇ ਅੰਦਰ ਜਾਣ ਨਾਲ ਬਹੁਤ ਗਰਮੀ ਮਹਿਸੂਸ ਹੁੰਦੀ ਹੈ। ਕਾਰ ਨਾਲ ਹੀ ਨਹੀਂ ਸੂਰਜ ਸਾਹਿਬ, ਇਹੋ ਜਿਹਾ ਹੀ ਸਾਡੀ ਧਰਤੀ ਨਾਲ ਵੀ ਹੁੰਦਾ ਹੈ। ਕੀ? ਹਾਂ। ਤੁਹਾਡਾ ਮਤਲਬ ਗਲੋਬਲ ਵਾਰਮਿੰਗ? ਬਿਲਕੁਲ ਸਹੀ, ਬਿਲਕੁਲ ਸਹੀ, ਗਲੋਬਲ ਵਾਰਮਿੰਗ। ਇਹ ਕੀ ਹੁੰਦਾ ਅੰਕਲ? ਦੀਦੀ ਨੂੰ ਪਤਾ ਹੋਗਾ ਪਰ ਮੈਨੂੰ ਨਹੀਂ ਪਤਾ। ਮੈਨੂੰ ਵੀ ਦੱਸੋ ਪਲੀਜ਼। ਹਾਂ ਦਿਨੇਸ਼ ਬੇਟਾ, ਜ਼ਰੂਰ ਦੱਸਾਂਗਾ, ਪਰ ਅਜੇ ਨਹੀਂ। ਬਿਲਕੁਲ ਠੀਕ। ਪਹਿਲਾਂ ਸਾਰੇ ਗਰਮਾ ਗਰਮ ਚਾਹ ਪੀ ਲਓ। ਲਓ ਦਵਿੰਦਰ ਭਾਈ ਸਾਹਿਬ। ਧੰਨਵਾਦ ਭਾਬੀ ਜੀ। ਭਾਬੀ ਜੀ, ਤੁਸੀਂ ਕੱਲ ਨੂੰ ਨਾ ਸਕੂਲ ਦੇ ਬਾਅਦ ਇਹਨਾਂ ਨੂੰ ਮੇਰੇ ਦਫ਼ਤਰ ਲੈ ਆਣਾ। ਉੱਥੇ ਹੀ ਕਰਾਂਗੇ ਅਸੀਂ ਇਸ ਮਾਮਲੇ ਤੇ ਵਿਸਤਾਰ ਨਾਲ ਚਰਚਾ। ਠੀਕ ਹੈ ਭਾਈ ਸਾਹਿਬ। ਕੀ ਅਸੀਂ ਅੰਦਰ ਆ ਸਕਦੇ ਹਾਂ ਅੰਕਲ? अरे हाँ दिनेश, आओ आओ बेटा, आओ। नमस्ते भाभी जी। नमस्ते। नमस्ते भाई साहब। आओ आओ, बैठो बैठो। थैंक यू अंकल। अविनाश। जी सर। हाँ अविनाश, कुछ नाश्ते पानी का प्रबंध करो भाई, गेस्ट आए ने। जी सर। की खाओगे बच्चे? ब्रेड पकौड़ा ਤੇ ਮੈਂ ਸਮੋਸਾ। नाल चाह या कॉफ़ी? कोल्ड ड्रिंक। चलो ठीक है, मैं ले आया, हुणे ले आया। सर तुसी कुछ लोगे? 2 कप चाह लाया। ठीक है सर। ਤੇ ਤੁਸੀਂ ਗ੍ਰੀਨ ਹਾਊਸ ਪ੍ਰਭਾਵ ਦੇ ਬਾਰੇ ਜਾਣਨਾ ਚਾਹੁੰਦੇ ਹੋ, ਹੈ ਨਾ? ਵੈਸੇ ਤਾਂ ਮੈਂ ਇਸ ਬਾਰੇ ਕਿਤਾਬ 'ਚ ਪੜ੍ਹਿਆ ਹੈ ਤੇ ਕੁਝ ਜਾਣਕਾਰੀ ਇੰਟਰਨੈਟ ਤੋਂ ਵੀ ਇਕੱਠੀ ਕੀਤੀ ਹੈ। ਵੇਖੋ ਇਹ ਪ੍ਰਿੰਟ ਆਊਟ। ਵਾਹ, ਬਹੁਤ ਵਧੀਆ।
ਮੂਲ ਰੂਪ 'ਚ ਕੀ ਹੈ ਗ੍ਰੀਨ ਹਾਊਸ ਪ੍ਰਭਾਵ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਇਹ ਤਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਓਕੇ ਜ਼ਰੂਰ ਦੱਸਾਂਗਾ ਮੈਂ। ਅੱਛਾ, ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡੀ ਧਰਤੀ ਕਈ ਤਰ੍ਹਾਂ ਦੀਆਂ ਗੈਸਾਂ ਦੇ ਮਿਸ਼ਰਣ ਦੇ ਨਾਲ ਘਿਰੀ ਹੋਈ ਹੈ ਜੀ, ਜਿਹਨੂੰ ਵਾਯੂਮੰਡਲ ਕਹਿੰਦੇ ਨੇ। ਬਿਲਕੁਲ ਸਹੀ। ਸੂਰਜ ਤੋਂ ਸਾਨੂੰ ਤਾਪ ਤੇ ਪ੍ਰਕਾਸ਼ ਮਿਲਦਾ ਹੈ। ਸੂਰਜ ਦੀ ਇਹ ਊਰਜਾ ਹੀ ਧਰਤੀ ਤੇ ਜੀਵਨ ਦਾ ਪ੍ਰਮੁੱਖ ਕਾਰਨ ਹੈ। ਨਾਲ ਹੀ ਇਹੀ ਸੂਰਜ ਧਰਤੀ ਤੇ ਜਲ ਚੱਕਰ ਨੂੰ ਵੀ ਸੰਚਾਲਿਤ ਕਰਦਾ ਹੈ। ਅੱਛਾ, ਇਹ ਸੂਰਜੀ ਊਰਜਾ ਵਾਯੂਮੰਡਲ ਤੋਂ ਲੰਘ ਕੇ ਸੂਰਜ ਤੋਂ ਧਰਤੀ ਤੱਕ ਆਉਂਦੀ ਹੈ। ਧਰਤੀ ਤੇ ਮੌਜੂਦ ਸਾਰੇ ਪਦਾਰਥ ਇਸ ਊਰਜਾ ਨੂੰ ਗ੍ਰਹਿਣ ਕਰਦੇ ਨੇ ਜਾਂ ਸੋਖ ਲੈਂਦੇ ਨੇ, ਪਰ ਸਭ ਤੋਂ ਜ਼ਿਆਦਾ ਊਰਜਾ ਧਰਤੀ ਦੀ ਸਤਹ ਸੋਖ ਲਿਆ ਕਰਦੀ ਹੈ। ਅੱਛਾ, ਇਸੇ ਲਈ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਨਹੀਂ, ਇਦਾਂ ਨਹੀਂ ਹੁੰਦਾ। ਏਦਾਂ ਨਹੀਂ ਹੈ, ਮਤਲਬ ਕਿ ਗਲੋਬਲ ਵਾਰਮਿੰਗ। ਦਿਨੇਸ਼, ਅੰਕਲ ਦੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਿਉਂ ਬੋਲ ਰਹੇ ਹੈ? ਦੀਦੀ, ਦਿਨੇਸ਼ ਸ਼ਾਂਤ ਹੋ ਜਾ। ਅੰਕਲ ਜੋ ਕੁਝ ਦੱਸ ਰਹੇ ਨੇ ਧਿਆਨ ਨਾਲ ਸੁਣ। ਬਾਅਦ ਚ ਜੋ ਵੀ ਪੁੱਛਣਾ ਹੋਏਗਾ ਉਦੋਂ ਪੁੱਛ ਲਈ। ਅੱਛਾ ਦੇਖੋ, ਪਹਿਲਾਂ ਇੱਕ ਉਲਝਣ ਤਾਂ ਦੂਰ ਕਰ ਲਓ। ਜਿਹੜੀ ਵੀ ਚੀਜ਼ ਤਾਪ ਨੂੰ ਸੋਖਦੀ ਹੈ ਉਹ ਉਸ ਤਾਪ ਨੂੰ ਉਤਸਰਜਿਤ ਵੀ ਕਰਦੀ ਹੈ, ਮਤਲਬ ਬਾਹਰ ਵੀ ਕੱਢਦੀ ਹੈ। ਓਕੇ, ਤਾਂ ਧਰਤੀ ਦੀ ਸਤਹ ਤੇ ਇਸ ਦੇ ਉੱਪਰ ਪਏ ਪਦਾਰਥ ਵੀ ਤਾਪ ਉਤਸਰਜਿਤ ਕਰਦੇ ਨੇ। ਇਹੀ ਉਤਸਰਜਿਤ ਤਾਪ ਵਾਯੂਮੰਡਲ 'ਚ ਪਹੁੰਚਦਾ ਹੈ। ਇੱਥੇ ਇਸ ਨੂੰ ਰੋਕ ਲਿਆ ਜਾਂਦਾ ਹੈ। ਇਹ ਰੋਕਿਆ ਗਿਆ ਤਾਪ ਹੀ ਹੈ ਜੋ ਧਰਤੀ ਦਾ ਤਾਪਮਾਨ ਵਧਾਉਣ ਦੇ ਲਈ ਜ਼ਿੰਮੇਵਾਰ ਹੈ। ਮਤਲਬ ਇਹ ਅੰਕਲ ਕਿ ਧਰਤੀ ਦਾ ਤਾਪਮਾਨ ਸੂਰਜ ਦੀ ਰੇਡੀਏਸ਼ਨ ਵੱਲੋਂ ਪ੍ਰਾਪਤ ਤਾਪ ਨਹੀਂ, ਬਲਕਿ ਧਰਤੀ ਦੀ ਸਤਹ ਕਾਰਨ ਹੀ ਉਤਸਰਜਿਤ ਹੋਣ ਵਾਲਾ ਤਾਪ ਹੈ। ਭਲਾ ਇਹ ਕਿਵੇਂ ਹੋ ਸਕਦਾ ਹੈ ਅੰਕਲ? ਜਾਣਦਾ ਇਹ ਗੱਲ ਇੰਨੀ ਆਸਾਨੀ ਨਾਲ ਸਮਝ ਨਹੀਂ ਆਉਣ ਵਾਲੀ। ਚੰਗਾ ਲਓ, ਇੱਕ ਉਦਾਹਰਣ ਦੇ ਕੇ ਸਮਝਾਉਣਾ ਮੈਂ, ਠੀਕ ਹੈ? ਜਦੋਂ ਤੁਸੀਂ ਕਿਸੇ ਹਵਾਈ ਜਹਾਜ਼ ਦੁਆਰਾ ਸਫ਼ਰ ਕਰ ਰਹੇ ਹੁੰਦੇ ਹੋ ਤਾਂ ਧਰਤੀ ਦੀ ਸਤਹ ਤੋਂ ਲਗਭਗ 30 ਜਾਂ 40,000 ਫੁੱਟ ਦੀ ਉਚਾਈ ਤੇ ਹੁੰਦੇ ਹੋ। ਮਤਲਬ ਧਰਤੀ ਦੀ ਸਤਹ ਦੇ ਮੁਕਾਬਲੇ ਸੂਰਜ ਦੇ ਜ਼ਿਆਦਾ ਨੇੜੇ ਹੁੰਦੇ ਹੋ, ਠੀਕ ਹੈ? ਹਾਂ, ਬਿਲਕੁਲ। ਤੇ ਐਸੀ ਸਥਿਤੀ 'ਚ ਤਾਂ ਜਹਾਜ਼ ਦਾ ਬਾਹਰੀ ਤਾਪਮਾਨ ਵੀ ਧਰਤੀ ਦੀ ਸਤਹ ਦੇ ਮੁਕਾਬਲੇ ਜ਼ਿਆਦਾ ਹੋਣਾ ਚਾਹੀਦਾ ਹੈ। ਜੀ, ਹੋਣਾ ਹੀ ਚਾਹੀਦਾ ਹੈ। ਪਰ ਐਸਾ ਨਹੀਂ ਹੁੰਦਾ, ਬਲਕਿ ਉਨੀ ਉਚਾਈ ਤੇ ਤਾਂ ਬਾਹਰੀ ਤਾਪਮਾਨ 0 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਘੱਟ ਹੋ ਸਕਦਾ ਹੈ। ਤੇ ਇਹ ਨਿਰਭਰ ਕਰਦਾ ਹੈ ਉਡਾਨ ਕਿੰਨੀ ਉਚਾਈ ਤੇ ਹੈ। ਹਾਂ ਅੰਕਲ, ਤੁਸੀਂ ਸਹੀ ਕਿਹਾ। ਇੱਕ ਵਾਰੀ ਫਲਾਈਟ ਤੋਂ ਆਉਂਦੇ ਹੋਏ ਪਾਇਲਟ ਨੇ ਦੱਸਿਆ ਸੀ ਕਿ ਬਾਹਰੀ ਤਾਪਮਾਨ 0 ਤੋਂ ਵੀ ਘੱਟ ਹੈ। ਤੇ ਜਿਵੇਂ ਜਿਵੇਂ ਜਹਾਜ਼ ਧਰਤੀ ਦੇ ਨੇੜੇ ਆਉਣ ਲੱਗਦਾ ਹੈ, ਤਾਪਮਾਨ ਵੱਧਦਾ ਜਾਂਦਾ ਹੈ। ਤੁਹਾਨੂੰ ਇਹ ਵੀ ਦੱਸ ਦਿਆਂ ਕਿ ਸੌਰ ਮੰਡਲ ਤੋਂ ਆਉਣ ਵਾਲੀ ਊਰਜਾ ਦਾ ਕਰੀਬ 26% ਸਾਡੇ ਵਾਯੂਮੰਡਲ ਤੇ ਬੱਦਲਾਂ ਦੁਆਰਾ ਬ੍ਰਹਿਮੰਡ 'ਚ ਪਰਿਵਰਤਿਤ ਕਰ ਦਿੱਤਾ ਜਾਂਦਾ ਹੈ ਤੇ ਲਗਭਗ 19% ਨੂੰ ਵਾਯੂਮੰਡਲ ਤੇ ਬੱਦਲ ਸੋਖ ਲੈਂਦੇ ਨੇ। ਬਚੀ ਹੋਈ ਜ਼ਿਆਦਾਤਰ ਊਰਜਾ ਨੂੰ ਧਰਤੀ ਦੀ ਸਤਹ ਸੋਖ ਲੈਂਦੀ ਹੈ। ਓ, ਯਾਨੀ ਤਕਰੀਬਨ 55% ਸੂਰਜੀ ਊਰਜਾ ਨੂੰ ਸੋਖ ਲੈਂਦੀ ਹੈ ਸਾਡੀ ਇਹ ਧਰਤੀ। ਸੂਰਜ ਤੋਂ ਜਿਹੜੀ ਊਰਜਾ ਧਰਤੀ ਗ੍ਰਹਿਣ ਕਰਦੀ ਹੈ ਨਾ, ਉਹ ਪਰਾਬੈਂਗਣੀ ਯਾਨੀ ਅਲਟਰਾ ਵਾਇਲਟ, ਦ੍ਰਿਸ਼ਟੀਗੋਚਰ ਯਾਨੀ ਵਿਜ਼ੀਬਲ ਰੋਸ਼ਨੀ ਤੇ ਇਨਫਰਾਰੈੱਡ ਰੇਡੀਏਸ਼ਨ ਦੇ ਦੁਆਰਾ ਉਸ ਤੱਕ ਪਹੁੰਚਦੀ ਹੈ। ਇਸ ਗ੍ਰਹਿਣ ਕੀਤੀ ਸੂਰਜੀ ਊਰਜਾ ਨੂੰ ਧਰਤੀ ਛੱਡਦੀ ਵੀ ਹੈ। ਪਰ ਸੂਰਜ ਦੇ ਮੁਕਾਬਲੇ ਧਰਤੀ ਦੀ ਸਤਹ ਬਹੁਤ ਠੰਡੀ ਹੋਣ ਕਰਕੇ ਧਰਤੀ ਦੁਆਰਾ ਹੋਣ ਵਾਲੀ ਰੇਡੀਏਸ਼ਨ ਦੀ ਵੇਵਲੈਂਥ ਜ਼ਿਆਦਾ ਲੰਮੀ ਹੁੰਦੀ ਹੈ ਉਸ ਰੇਡੀਏਸ਼ਨ ਦੀ ਵੇਵਲੈਂਥ ਦੇ ਮੁਕਾਬਲੇ ਜਿਸ ਤੇ ਉਸ ਸੂਰਜੀ ਗਰਮੀ ਨੂੰ ਗ੍ਰਹਿਣ ਕਰਦੀ ਹੈ। ਓਕੇ, ਧਰਤੀ ਵੱਲੋਂ ਛੱਡੀ ਇਸ ਲੰਬੀ ਵੇਵਲੈਂਥ ਰੇਡੀਏਸ਼ਨ ਦੇ ਜ਼ਿਆਦਾਤਰ ਭਾਗ ਨੂੰ ਵਾਯੂਮੰਡਲ 'ਚ ਮੌਜੂਦ ਕੁਝ ਗੈਸਾਂ ਸੋਖ ਲੈਂਦੀਆਂ ਨੇ ਤੇ ਇਸ ਤਰ੍ਹਾਂ ਧਰਤੀ ਦਾ ਤਾਪਮਾਨ ਵੱਧਦਾ ਜਾਂਦਾ ਹੈ। ਉਹ ਕਿਹੜੀ ਗੈਸ ਹੁੰਦੀ ਅੰਕਲ? ਮੁੱਖ ਤੌਰ ਤੇ ਉਹ ਗੈਸ ਹੈ ਕਾਰਬਨ ਡਾਈਆਕਸਾਈਡ ਤੇ ਹੋਰ ਜਿਹੜੀਆਂ ਗੈਸਾਂ ਨੇ ਉਹਨੇ ਮੀਥੇਨ, ਨਾਈਟਰਸ ਆਕਸਾਈਡ, ਜਲ ਵਾਸ਼ਪ, ਓਜ਼ੋਨ, ਕਲੋਰੋਫਲੋਰੋਕਾਰਬਨ, ਹਾਈਡਰੋਫਲੋਰੋਕਾਰਬਨ ਜਿਹੜੀਆਂ ਧਰਤੀ ਤੋਂ ਉਤਸਰਜਿਤ ਗਰਮੀ ਨੂੰ ਸੋਖ ਲੈਂਦੀਆਂ ਨੇ। ਅੱਛਾ, ਇਹ ਲੰਬੀ ਵੇਵਲੈਂਥ ਵਾਲੇ ਰੇਡੀਏਸ਼ਨ ਨੂੰ ਜਕੜਨ ਵਾਲੀਆਂ ਗੈਸਾਂ ਨੇ ਤੇ ਗ੍ਰੀਨ ਹਾਊਸ ਪ੍ਰਭਾਵ ਦੇ ਲਈ ਜ਼ਿੰਮੇਵਾਰ ਵੀ ਨੇ। ਇਸੇ ਲਈ ਇਹਨਾਂ ਨੂੰ ਗ੍ਰੀਨ ਹਾਊਸ ਗੈਸਾਂ ਕਹਿੰਦੇ ਨੇ। ਅੰਕਲ, ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਉਹ ਕੀ ਬੇਟਾ? ਸਿਰਫ ਇਹੀ ਗੈਸਾਂ ਕਿਉਂ ਜ਼ਿੰਮੇਦਾਰ ਸਮਝੀਆਂ ਜਾਂਦੀਆਂ ਨੇ ਗਲੋਬਲ ਵਾਰਮਿੰਗ ਵਾਸਤੇ? ਬਹੁਤ ਅੱਛਾ ਸਵਾਲ ਪੁੱਛਿਆ ਸੁਰਜੀਤ। ਦੇਖੋ, ਇਹਨਾਂ ਗੈਸਾਂ 'ਚ ਹੁੰਦੇ ਨੇ ਕਈ ਵਿਸ਼ੇਸ਼ ਗੁਣ
ਕਿਹੜੇ ਵਿਸ਼ੇਸ਼ ਗੁਣ ਅੰਕਲ? ਵਿਸ਼ੇਸ਼ ਗੁਣ ਇਹ ਕਿ ਇਹ ਗੈਸਾਂ ਧਰਤੀ ਦੀ ਸਤ੍ਹਾ ਤੋਂ ਉਤਸਰਜਿਤ ਇਨਫਰਾਰੈੱਡ ਰੇਡੀਏਸ਼ਨਸ ਨੂੰ ਜਿਸ ਲੰਬੀ ਵੇਵਲੈਂਥ ਤੇ ਉਹ ਧਰਤੀ ਵਿੱਚੋਂ ਨਿਕਲਦਾ ਹੈ ਉਸ ਵੇਵਲੈਂਥ ਤੇ ਸੋਖ ਲੈਣ ਦੇ ਸਮਰੱਥ ਨੇ। ਇਹ ਗੁਣ ਕੇਵਲ ਇਹਨਾਂ ਗੈਸਾਂ ਵਿੱਚ ਹੀ ਹੁੰਦਾ ਹੈ, ਹੋਰਨਾਂ 'ਚ ਨਹੀਂ। ਅੰਕਲ ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ ਜਿੰਨੀ ਇਹਨਾਂ ਗੈਸਾਂ ਦੀ ਮਾਤਰਾ ਵੱਧਦੀ ਜਾਏਗੀ ਤਾਪਮਾਨ 'ਚ ਉਨਾ ਹੀ ਵਾਧਾ ਹੁੰਦਾ ਜਾਏਗਾ। ਬਿਲਕੁਲ ਸਹੀ ਕਿਹਾ। ਤੇ ਇਹੀ ਹੈ ਗਲੋਬਲ ਵਾਰਮਿੰਗ। ਅੰਕਲ ਕੀ ਇਹਨਾਂ ਗੈਸਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤਾਂ ਕਿ ਤਾਪਮਾਨ 'ਚ ਵਾਧਾ ਹੀ ਨਾ ਹੋਵੇ? ਐਦਾਂ ਹੋਣ ਨਾਲ ਕੁਦਰਤ ਦਾ ਸੰਤੁਲਨ ਵਿਗੜ ਜਾਏਗਾ। ਧਰਤੀ ਤਾਂ ਫਿਰ ਬਿਲਕੁਲ ਠੰਡੀ ਹੋ ਜਾਏਗੀ। ਜੇਕਰ ਇਹ ਗ੍ਰੀਨਹਾਊਸ ਗੈਸਾਂ ਨਾ ਹੋਣ ਤਾਂ ਧਰਤੀ ਦਾ ਤਾਪਮਾਨ -18 ਡਿਗਰੀ ਸੈਲਸੀਅਸ ਹੀ ਰਹਿ ਜਾਏਗਾ, ਜਿਹੜਾ ਜੀਵਨ ਦੇ ਬਿਲਕੁਲ ਅਨੁਕੂਲ ਨਹੀਂ ਰਹੇਗਾ। ਤੇ ਇਸ ਤਰ੍ਹਾਂ ਇਹ ਗ੍ਰੀਨਹਾਊਸ ਪ੍ਰਭਾਵ ਸਾਡੇ ਲਈ ਸਹਾਇਕ ਵੀ ਹੈ। ਅੰਕਲ ਜੋ ਕੱਚ ਦੇ ਪੌਦਾ ਘਰਾਂ ਵਿੱਚ ਗ੍ਰੀਨਹਾਊਸ ਪ੍ਰਭਾਵ ਹੁੰਦਾ ਹੈ ਉਹਦਾ ਤੇ ਇਸ ਧਰਤੀ ਵਾਲੇ ਗ੍ਰੀਨਹਾਊਸ ਪ੍ਰਭਾਵ 'ਚ ਫਰਕ ਕੀ ਹੈ? ਬੇਟਾ ਕੱਚ ਦੇ ਘਰ 'ਚ ਜਿਹੜਾ ਤਾਪਮਾਨ ਵਧਾਇਆ ਜਾਂਦਾ ਨਾ ਉਹਦੀ ਸੀਮਾ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਤਾਂ ਕਿ ਪੌਦੇ ਸਹੀ ਤਰੀਕੇ ਦੇ ਨਾਲ ਰੇਡੀਏਸ਼ਨ ਲੈਂਦੇ ਰਹਿਣ। ਇਹਨਾਂ 'ਚ ਤਾਪਮਾਨ ਬਾਹਰ ਦੇ ਤਾਪਮਾਨ ਦੀ ਤੁਲਨਾ 'ਚ ਜ਼ਿਆਦਾ ਹੁੰਦਾ ਹੈ, ਇਸ ਲਈ ਇਸ ਪ੍ਰਭਾਵ ਨੂੰ ਗ੍ਰੀਨ ਹਾਊਸ ਕਿਹਾ ਜਾਂਦਾ ਹੈ। ਪਰ ਦੀਦੀ ਕਾਰਬਨ ਡਾਈਆਕਸਾਈਡ ਸਾਡੇ ਲਈ ਜ਼ਰੂਰੀ ਵੀ ਤਾਂ ਹੈ। ਉਸ ਦੇ ਬਿਨਾ ਪਲਾਂਟਸ ਆਪਣਾ ਭੋਜਨ ਕਿਵੇਂ ਬਣਾਉਣਗੇ? ਬਿਲਕੁਲ ਸਹੀ, ਵੈਰੀ ਗੁੱਡ। ਗ੍ਰੀਨ ਹਾਊਸ ਗੈਸਾਂ ਸਾਡੇ ਜੀਵਨ ਵਾਸਤੇ ਜ਼ਰੂਰੀ ਨੇ, ਪਰ ਇਹਨਾਂ ਦੀ ਲੋੜੋਂ ਵੱਧ ਵੱਧਦੀ ਮਾਤਰਾ ਬਣ ਰਹੀ ਹੈ ਖਤਰਾ। ਹੁਣ ਮੈਂ ਸਮਝ ਗਈ ਅੰਕਲ। ਅੱਛਾ ਜਾਣਦੇ ਹੋ ਸ਼ੁੱਕਰ ਗ੍ਰਹਿ ਦਾ ਤਾਪਮਾਨ 450 ਡਿਗਰੀ ਸੈਲਸੀਅਸ ਰਹਿੰਦਾ ਹੈ। ਅੱਛਾ, ਉਹ ਕਿਉਂ ਅੰਕਲ? ਉਹ ਇਸ ਲਈ ਕਿ ਉੱਥੋਂ ਦੇ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਬਹੁਤ ਵਿਸ਼ਾਲ ਮਾਤਰਾ 'ਚ ਮੌਜੂਦ ਹੈ, ਜਿਹਦੇ ਕਾਰਨ ਗਰਮੀ ਜ਼ਿਆਦਾ ਮਾਤਰਾ 'ਚ ਰੋਕ ਲਈ ਜਾਂਦੀ ਹੈ ਤੇ ਤਾਪਮਾਨ ਵੱਧ ਜਾਂਦਾ ਹੈ। ਅੰਕਲ ਹੋ ਸਕਦਾ ਹੈ ਭਵਿੱਖ 'ਚ ਸਾਨੂੰ ਵੀ ਧਰਤੀ ਤੇ ਇਹੋ ਜਿਹੀ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਏ। ਇਹ ਕਿਵੇਂ ਹੋ ਸਕਦਾ ਹੈ ਦੀਦੀ? ਦੇਖੋ ਸੁਰਜੀਤ ਨੇ ਜੋ ਕਿਹਾ ਉਹ ਇੰਪੋਸੀਬਲ ਤਾਂ ਨਹੀਂ ਹੈ। ਅਸੀਂ ਇਸ ਤਰ੍ਹਾਂ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਜੇ ਛੱਡਦੇ ਰਹੇ ਤਾਂ ਭਵਿੱਖ 'ਚ ਅਜਿਹੀ ਸਥਿਤੀ ਆ ਸਕਦੀ ਹੈ। ਖਣਿਜ ਪਦਾਰਥ, ਕੋਲਾ ਬਾਲਣ, ਜੰਗਲ ਉਜਾੜਨਾ, ਅੰਨ੍ਹੇਵਾਹ ਉਦਯੋਗੀਕਰਨ ਵਰਗੀਆਂ ਗਤੀਵਿਧੀਆਂ ਨਾਲ ਤਾਂ ਕਾਰਬਨ ਡਾਈਆਕਸਾਈਡ ਨਿਰੰਤਰ ਪੈਦਾ ਹੁੰਦੀ ਰਹੇਗੀ ਤੇ ਵੱਧਦੀ ਜਾਏਗੀ। ਧਰਤੀ ਦਾ ਤਾਪਮਾਨ ਵਧਣ ਨਾਲ ਕੀ ਹੋਏਗਾ ਅੰਕਲ? ਸਭ ਤੋਂ ਪਹਿਲਾਂ ਹੋਏਗਾ ਜਲਵਾਯੂ ਪਰਿਵਰਤਨ। ਜਲਵਾਯੂ ਪਰਿਵਰਤਨ? ਹਾਂ, ਜਲਵਾਯੂ ਪਰਿਵਰਤਨ ਜਿਵੇਂ ਮੌਨਸੂਨ ਲੇਟ ਆਉਣ ਤੇ ਜਲਦੀ ਵਿਦਾ ਹੋ ਜਾਣ ਦੀ ਸਮੱਸਿਆ। ਮੀਂਹ ਦੇ ਮੌਸਮ 'ਚ ਪਾਣੀ 3-4 ਮਹੀਨੇ 'ਚ ਵੀ ਬਰਾਬਰ ਮਾਤਰਾ ਨਾਲ ਨਹੀਂ ਪੈਣਾ। ਕਦੇ ਤਾਂ ਮੂਸਲਾਧਾਰ ਵਰਖਾ ਹੋਣੀ ਤੇ ਕਦੇ ਬੂੰਦ ਭਰ ਪਾਣੀ ਨਾ ਪੈਣਾ। ਤੂਫਾਨ ਹੀ ਤੂਫਾਨ ਆਉਣਗੇ। ਵੈਸੇ ਵੀ ਸਾਡੇ ਪੂਰਬੀ ਤੱਟ ਤੇ ਤੂਫਾਨਾਂ ਦਾ ਖਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ ਤੇ ਹੁਣ ਪੱਛਮੀ ਤੱਟ ਵੀ ਇਹਨਾਂ ਦਾ ਸ਼ਿਕਾਰ ਹੋਣ ਲੱਗ ਪਏ ਨੇ। ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਦੇ ਨਾਲ ਗੜੇ ਡਿੱਗਣ ਲੱਗ ਪਏ ਨੇ ਤੇ ਉਹ ਵੀ ਕਦੋਂ? ਫਰਵਰੀ ਮਾਰਚ ਦੇ ਮਹੀਨਿਆਂ 'ਚ। ਇਹ ਸਾਰੇ ਜਲਵਾਯੂ ਪਰਿਵਰਤਨ ਦੇ ਸੰਕੇਤ ਨੇ। ਮਾਰਚ ਦੇ ਦੂਜੇ ਅੱਧ ਦੇ ਮੀਂਹ ਤਾਂ ਪੰਜਾਬ ਦੇ ਕਣਕ ਉਗਾਉਣ ਵਾਲਿਆਂ ਵਾਸਤੇ ਵੀ ਬਹੁਤ ਖਤਰਨਾਕ ਹੁੰਦੇ ਨੇ। ਬਿਲਕੁਲ ਸਹੀ ਕਿਹਾ ਤੁਸੀਂ ਭਾਬੀ ਜੀ। ਮੀਂਹ ਨਾਲ ਜਦ ਗੜੇ ਪੈਂਦੇ ਨੇ ਤਾਂ ਬੱਲੀਆਂ ਝੜ ਜਾਂਦੀਆਂ ਨੇ ਤੇ ਜਦ ਹਨੇਰੀਆਂ ਵੀ ਨਾਲ ਆ ਰਲਦੀਆਂ ਨੇ ਤਾਂ ਕਣਕ ਖੇਤਾਂ 'ਚ ਵਿਸ ਜਾਂਦੀ ਹੈ ਤੇ ਖਰਾਬ ਹੋ ਜਾਂਦੀ ਹੈ। ਤਾਂ ਹੀ ਤਾਂ ਕਹਿੰਦੇ ਨੇ ਵਸਿਆ ਚੇਤ ਨਾ ਘਰ ਨਾ ਖੇਤ। ਇਹ ਤਾਂ ਫਿਰ ਬਿਲਕੁਲ ਸਪਸ਼ਟ ਹੈ ਕਿ ਜਲਵਾਯੂ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਬਿਲਕੁਲ ਹੋ ਚੁੱਕੀ ਹੈ। ਅਸੀਂ ਵੇਖਦੇ ਹੀ ਤਾਂ ਹਾਂ ਬੇਰੁੱਤੇ ਮੀਂਹ ਤੇ ਘਟਦੀਆਂ ਸਰਦੀਆਂ। ਹਾਂ, ਹੁਣ ਤਾਂ ਸਾਨੂੰ ਸਾਰਿਆਂ ਨੂੰ ਇਸ ਦਿਸ਼ਾ 'ਚ ਬਹੁਤ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ਦੂਜੇ ਦੇਸ਼ਾਂ ਦੇ ਵਾਂਗ ਆਪਣੇ ਦੇਸ਼ 'ਚ ਵੀ ਕਾਰਬਨ ਡਾਈਆਕਸਾਈਡ ਦੇ ਉਤਸਰਜਨ 'ਚ ਕਮੀ ਲੈ ਕੇ ਆਉਣ ਦੇ ਯਤਨ ਹੋ ਰਹੇ ਨੇ ਤਾਂ ਕਿ ਵਾਤਾਵਰਣ 'ਚ ਗ੍ਰੀਨ ਹਾਊਸ ਗੈਸਾਂ ਦਾ ਵਾਧਾ ਨਾ ਹੋਵੇ। ਨਹੀਂ ਤਾਂ ਇਹ ਧਰਤੀ ਵੀ ਕਿਤੇ ਦੂਸਰਾ ਸ਼ੁੱਕਰ ਗ੍ਰਹਿ ਨਾ ਬਣ ਜਾਏ। ਰਾਈਟ ਸੁਰਜੀਤ। ਗਲੋਬਲ ਵਾਰਮਿੰਗ ਦੇ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਵੀ ਵੱਧ ਸਕਦਾ ਹੈ, ਜਿਹੜਾ ਤੱਟਵਰਤੀ ਇਲਾਕਿਆਂ ਦੇ ਲਈ ਖਤਰਨਾਕ ਹੋਏਗਾ। ਕਿਉਂ? ਇਸ ਨੂੰ ਰੋਕਿਆ ਨਹੀਂ ਜਾ ਸਕਦਾ ਅੰਕਲ? ਰੋਕਿਆ ਤਾਂ ਜਾ ਸਕਦਾ ਹੈ, ਪਰ ਰੋਕਣ ਦਾ ਇੱਕੋ ਇੱਕ ਉਪਾਅ ਹੈ, ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਨੂੰ ਘੱਟ ਕਰਨਾ। ਸਾਡੀ ਸਰਕਾਰ ਵੀ ਸੌਰ ਊਰਜਾ ਦੀ ਵਰਤੋਂ ਨੂੰ ਵਧਾਉਣ ਲਈ ਕਾਫੀ ਯਤਨਸ਼ੀਲ ਹੈ ਤਾਂ ਕਿ ਬਿਜਲੀ ਤੇ ਪਥਰਾਟੀ ਬਾਲਣ ਦੀ ਵਰਤੋਂ 'ਚ ਵੱਧ ਤੋਂ ਵੱਧ ਕਮੀ ਲਿਆਂਦੀ ਜਾ ਸਕੇ। ਜੀ ਅੰਕਲ, ਅਸੀਂ ਤਾਂ LED ਬਲਬ ਦੀ ਵੀ ਵਰਤੋਂ ਕਰਨ ਲੱਗ ਗਏ ਹਾਂ ਤਾਂ ਕਿ ਬਿਜਲੀ ਦੀ ਖਪਤ ਘੱਟ ਹੋਵੇ। ਬਹੁਤ ਵਧੀਆ ਗੱਲ ਹੈ ਬੇਟਾ। ਸਾਡੇ ਇਹੋ ਜਿਹੇ ਛੋਟੇ-ਛੋਟੇ ਯਤਨ ਬਿਜਲੀ ਪਾਣੀ ਦੀ ਘੱਟ ਵਰਤੋਂ, ਘੱਟ ਤੋਂ ਘੱਟ ਕਚਰਾ,
ਪਾਣੀ ਜ਼ਾਇਆ ਨਾ ਕਰਨ ਦੇਣਾ ਵਗੈਰਾ ਗ੍ਰੀਨ ਹਾਊਸ ਪ੍ਰਭਾਵ ਨੂੰ ਘੱਟ ਕਰਨ ਲਈ ਸਹਾਈ ਹੋਣਗੇ। ਸਾਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਵੀ ਘਟਾਉਣੀ ਪਏਗੀ। ਪਲਾਸਟਿਕ ਉਹ ਕਿਵੇਂ ਅੰਕਲ? ਪਲਾਸਟਿਕ ਦਾ ਉਤਪਾਦਨ ਬੇਟਾ ਮੁੱਖ ਪਤਰਾਟੀ ਬਾਲਣਾਂ ਦੁਆਰਾ ਹੁੰਦਾ ਹੈ। ਪਲਾਸਟਿਕ ਦਾ ਕਚਰਾ ਵੱਡੀ ਮਾਤਰਾ 'ਚ ਕਾਰਬਨ ਡਾਈਆਕਸਾਈਡ ਦਾ ਉਤਸਰਜਨ ਕਰਦਾ ਹੈ। ਸੰਨ 2018 'ਚ ਹੋਏ ਇੱਕ ਖੋਜ ਦੇ ਮੁਤਾਬਕ ਆਮ ਤੌਰ ਤੇ ਪ੍ਰਚਲਿਤ ਪਲਾਸਟਿਕ ਪਦਾਰਥ ਸੂਰਜ ਦੀ ਰੌਸ਼ਨੀ 'ਚ ਮੀਥੇਨ ਵਗੈਰਾ ਗ੍ਰੀਨ ਹਾਊਸ ਗੈਸ ਦਾ ਵੱਡੀ ਮਾਤਰਾ 'ਚ ਉਤਸਰਜਨ ਕਰਦੇ ਨੇ, ਜਿਸ ਨਾਲ ਜਲਵਾਯੂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਹਾਂ, ਇਹ ਤਾਂ ਬਹੁਤ ਹੀ ਭਿਆਨਕ ਸਮੱਸਿਆ ਹੈ, ਪਰ ਇਸ ਨਾਲ ਨਿਪਟਣ ਦੇ ਲਈ ਅਸੀਂ ਵੀ ਆਸਾਨੀ ਨਾਲ ਆਪਣਾ ਯੋਗਦਾਨ ਦੇ ਸਕਦੇ ਹਾਂ। ਜਿਵੇਂ ਪਲਾਸਟਿਕ ਦੀ ਥੈਲੀ ਦੇ ਮੁਕਾਬਲੇ ਕੱਪੜੇ ਦੇ ਝੋਲੇ ਦੀ ਵਰਤੋਂ ਕਰੀਏ ਤਾਂ ਪਲਾਸਟਿਕ ਦੀ ਵਰਤੋਂ 'ਚ ਆਪਣੇ ਆਪ ਹੀ ਕਮੀ ਹੁੰਦੀ ਜਾਏਗੀ। ਤੁਸੀਂ ਬਿਲਕੁਲ ਠੀਕ ਆਖਿਆ ਭਾਬੀ ਜੀ। ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਦੇ ਬਾਰੇ ਸਾਡੇ ਸਾਰਿਆਂ ਦੀ ਜਾਗਰੂਕਤਾ ਤੇ ਗੰਭੀਰਤਾ ਬਹੁਤ ਜ਼ਰੂਰੀ ਹੈ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਸ ਦਿਸ਼ਾ 'ਚ ਸਾਨੂੰ ਨਿਰੰਤਰ ਯਤਨ ਕਰਦੇ ਰਹਿਣ ਦੀ ਲੋੜ ਹੈ। ਨਹੀਂ ਤਾਂ ਸਾਡੀ ਧਰਤੀ ਵੀ ਸੌਰ ਮੰਡਲ ਦਾ ਇੱਕ ਹੋਰ ਸ਼ੁੱਕਰ ਗ੍ਰਹਿ ਬਣ ਜਾਵੇਗੀ ਦੀਦੀ। ਤੇ ਇੱਥੋਂ ਦੇ ਸਾਰੇ ਜੀਵ ਤੇ ਜੈਵਿਕ ਪਦਾਰਥ ਸਾਡੇ ਬਰੂਨੋ ਦੇ ਵਾਂਗ ਭਿਆਨਕ ਤਾਪ ਦੀ ਭੇਟ ਚੜ੍ਹ ਜਾਣਗੇ। ਇਸ ਲਈ ਕਾਰਬਨ ਉਤਸਰਜਨ ਤੇ ਕਰੋ ਨਿਯੰਤਰਣ, ਰੁੱਖਾਂ ਦਾ ਵਿਨਾਸ਼ ਬੰਦ ਕਰੋ। ਤੁਹਾਨੂੰ ਕੋਈ ਹੱਕ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ। ਇਸ ਲਈ ਧਰਤੀ ਦੀ ਰੱਖਿਆ ਕਰੋ। ਬਿਲਕੁਲ ਠੀਕ ਸਰ। ਤੇ ਬੱਚਿਓ, ਹੁਣ ਚਾਹ ਨਾਸ਼ਤਾ ਵੀ ਕਰੋ। ਲਓ ਹੁਣ ਨੋਟ ਕਰੋ ਸਾਡੀ ਅੱਜ ਦੀ ਕੜੀ ਦੇ ਸਵਾਲ। ਪਹਿਲਾ ਸਵਾਲ ਹੈ, ਸਾਡੀ ਧਰਤੀ ਦੇ ਸ਼ੁੱਕਰ ਗ੍ਰਹਿ ਬਣਨ ਦਾ ਖਤਰਾ ਕਿਉਂ ਹੈ? ਦੂਸਰਾ ਸਵਾਲ ਹੈ, ਪਲਾਸਟਿਕ ਕਿਹੜੀ ਗ੍ਰੀਨ ਹਾਊਸ ਗੈਸ ਲਈ ਜ਼ਿੰਮੇਵਾਰ ਹੈ? ਸਵਾਲ ਇੱਕ ਵਾਰ ਫਿਰ ਨੋਟ ਕਰ ਲਓ। ਪਹਿਲਾ ਸਵਾਲ ਹੈ, ਸਾਡੀ ਧਰਤੀ ਦੇ ਸ਼ੁੱਕਰ ਗ੍ਰਹਿ ਬਣਨ ਦਾ ਖਤਰਾ ਕਿਉਂ ਹੈ? ਦੂਸਰਾ ਸਵਾਲ ਹੈ, ਪਲਾਸਟਿਕ ਕਿਹੜੀ ਗ੍ਰੀਨ ਹਾਊਸ ਗੈਸ ਲਈ ਜ਼ਿੰਮੇਵਾਰ ਹੈ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਬਦਲਦਾ ਜਲਵਾਯੂ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹੁਣੇ ਤੁਸੀਂ ਸੁਣ ਰਹੇ ਸੀ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ 6ਵੀਂ ਕੜੀ। ਪੰਜਾਬੀ ਰੂਪਾਂਤਰ ਤੇ ਲੇਖਨ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਇਸ ਕੜੀ 'ਚ ਭਾਗ ਲੈਣ ਵਾਲੇ ਕਲਾਕਾਰ ਹਰਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਅਵਿਨਾਸ਼, ਗੁੰਜਨ ਕਪੂਰ, ਵਿਕਾਸ ਨੇਬ ਤੇ ਮਾਸਟਰ ਹਰ ਹੁਨਰ। ਵਿਸ਼ੇਸ਼ ਸਹਿਯੋਗ ਰਾਜਕੁਮਾਰ ਤੁਲੀ। ਪੇਸ਼ਕਸ਼ ਗੁਰਵਿੰਦਰ ਸਿੰਘ ਸੰਧੂ।